ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਖਬਰ ਪੜਤਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਧੰਨਵਾਦ ਜੀ। ਸੋ ਡੱਲਾ ਜੀ, ਅੱਜ ਸਵਾਲ ਮੇਰੇ ਕੋਲ ਬਹੁਤ ਨੇ, 8-10 ਸਵਾਲ ਨੇ ਤੇ ਮੈਂ ਚਾਹਾਂਗੀ ਕਿ ਛੋਟੇ ਛੋਟੇ ਜਵਾਬਾਂ ਦੇ ਨਾਲ ਸਾਰੇ ਸਵਾਲ ਜ਼ਰੂਰ ਆਪਾਂ ਸ਼ਾਮਿਲ ਕਰ ਸਕੀਏ। ਸੋ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਨਾ ਚਾਹੂੰਗੀ ਸਨਾ ਇਰਸ਼ਾਦ ਮੱਟੂ ਤੋਂ, ਜਿਨ੍ਹਾਂ ਨੂੰ ਕਿ ਵਿਦੇਸ਼ ਜਾਣ ਤੋਂ ਰੋਕ ਦਿੱਤਾ ਗਿਆ, ਜਿਸ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਨੇ ਵੀ ਉਹਨਾਂ ਦੇ ਰੋਕੇ ਜਾਣ ਦੀ ਨਿਖੇਧੀ ਕੀਤੀ ਹੈ। ਸਨਾ ਇਰਸ਼ਾਦ ਮੱਟੂ ਕੌਣ ਨੇ ਜਿਨ੍ਹਾਂ ਨੂੰ ਰੋਕਿਆ ਗਿਆ ਵਿਦੇਸ਼ ਜਾਣ ਤੋਂ? देखो, सना इरशाद मट्टू एक कश्मीरी फोटो जर्नलिस्ट ने, सो पत्रकार ने, और उन्होंने पैरिस जाना सी, फ्रांस दे विच एक इनाम वंड समागम सी, किताब लांच समागम सी और फोटो की प्रदर्शनी सी। उन्होंने उत्थे जाना सी, लेकिन उन्होंने इमीग्रेशन अधिकारियों वालों एयरपोर्ट के उत्ते रोक दिता गया, उन्होंने विदेश नहीं जान दिता गया। और जिहड़े साडे नवें चुने गए मैंबर पार्लीमेंट ने सिमरनजीत सिंह मान, उन्होंने एक बयान दे के उन्होंने इस गल की निखेधी की है। उन्हों का कहना सी कि क्योंकि वो घट गिणती भाईचारे तो संबंधित ने, सो उन्होंने रोकिया नहीं सी जाना चाहिए, बल्कि उन्हों की हौसला अफजाई की जानी चाहिए सी। वो एक वड्डे समागम दे विच उत्थे जा रहे सी। असल च जम्मू कश्मीर दे विच जदों तो जम्मू कश्मीर दे राज का दर्जा हरजोत जी खत्म किया सी और धारा 370 भारत सरकार ने हटाई सी, उत्थे कई तरह दीयां पाबंदियां रही हैं, सानू पता है। उत्थे इंटरनेट सेवावां भी बहुत लंबे समय तक बंद रही ने, और उत्थे पत्रकार भी लंबे समय तक उत्थे संघर्ष करते रहे ने पहला, क्योंकि जिहड़ा खबरां दे आदान प्रदान करन दा जिहड़ा स्रोत सी वो भी इंटरनेट बनिया होया है। पर हौली हौली हालात जम्मू कश्मीर दे सुधरे ने, हालात कंट्रोल च आए। जिहड़े कई लीडर सी, पोलिटिकल लीडर सी, उन्होंने नज़रबंद करके रखा भारत सरकार ने, उन्होंने रिहाइयां मिलियां। इस तरह बहुत सारे उत्थे जिहड़े एक्टिविस्ट सी, चाहे वो पोलिटिकल एक्टिविस्ट सी या वो समाज के वख-वख वर्गां नाल जुड़े सी, सो उन्हां दे विदेश जाण ते पाबंदी सी किते ना किते। मैनूं लगदा है ਉਹੀ ਇੱਕ ਵੱਡਾ ਕਾਰਨ ਰਿਹਾ ਜਿਹਦੇ ਕਰਕੇ ਉਹਨਾਂ ਨੂੰ ਵਿਦੇਸ਼ ਨਹੀਂ ਜਾਣ ਦਿੱਤਾ ਗਿਆ। ਇਹ ਮੈਨੂੰ ਲੱਗਦਾ ਹੈ, ਅਗਰ ਇਹਦੇ ਪਿੱਛੇ ਕੋਈ ਹੋਰ ਤਕਨੀਕੀ ਕਾਰਨ ਹੈ ਜਾਂ ਕੋਈ ਹੋਰ ਕਾਰਨ ਹੈ, ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਉੱਥੋਂ ਦੀ ਸਰਕਾਰ ਇਹਦੇ ਤੇ ਹੋਰ ਸਪਸ਼ਟੀਕਰਨ ਦੇਵੇ। ਪਰ ਇੱਕ ਗੱਲ ਠੀਕ ਹੈ ਕਿ ਅਜਿਹੇ ਹਾਲਾਤਾਂ ਦੇ ਵਿੱਚ ਸਰਕਾਰਾਂ ਸਮੇਂ-ਸਮੇਂ ਤੇ ਇਸ ਤਰੀਕੇ ਦੀਆਂ ਪਾਬੰਦੀਆਂ ਲਗਾਉਂਦੀਆਂ ਨੇ। ਕਈ ਵਾਰੀ ਲਾ ਐਂਡ ਆਰਡਰ ਦੇ ਮੱਦੇਨਜ਼ਰ ਅਸੀਂ ਵੀ ਵੇਖਦੇ ਹਾਂ, ਲਾ ਐਂਡ ਆਰਡਰ ਦੇ ਮੱਦੇਨਜ਼ਰ ਟੈਂਪਰੇਰੀ ਤੌਰ ਤੇ ਕਈ ਵਾਰੀ ਕਰਫਿਊ ਲਗਾ ਦਿੱਤੇ ਜਾਂਦੇ ਨੇ। ਅਗਰ ਪਟਿਆਲੇ 'ਚ ਪਿੱਛੇ ਜੇ ਮਾਹੌਲ ਤਣਾਅਪੂਰਨ ਸੀ ਤੇ ਅਸੀਂ ਦੇਖਿਆ ਉੱਥੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਸੋ ਅੱਜ ਕੱਲ੍ਹ ਪੁਲਿਸ ਪ੍ਰਸ਼ਾਸਨ, ਸਰਕਾਰਾਂ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਰਦੀਆਂ ਨੇ। ਠੀਕ ਹੈ, ਸਮਾਜ ਦੇ ਵਿੱਚ ਇਹਦੀ ਲੋੜ ਤੇ ਜਾਂ ਇਹਦੀ ਲੋੜ ਨਾ ਹੋਣ ਤੇ ਜਾਂ ਕਦੋਂ ਇਹ ਚੀਜ਼ਾਂ ਲਾਗੂ ਕੀਤੀਆਂ ਜਾਣ ਜਾਂ ਕਦੋਂ ਨਾ ਲਾਗੂ ਕੀਤੀਆਂ ਜਾਣ, ਉਹਦੇ ਤੇ ਬਹਿਸ ਹੋ ਸਕਦੀ ਹੈ, ਉਹਦੇ ਤੇ ਡਿਬੇਟ ਹੋ ਸਕਦੀ ਹੈ। ਔਰ ਕਿਉਂਕਿ ਪੱਤਰਕਾਰ ਸਨਾ ਇਰਸ਼ਾਦ ਮੱਟੂ, ਉਹਨਾਂ ਦਾ ਸੰਬੰਧ ਕਸ਼ਮੀਰ ਦੇ ਨਾਲ ਹੈ, ਸੋ ਜਿਹੜੇ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੇ ਘੱਟ ਗਿਣਤੀ ਦੇ ਤੌਰ ਦੇ ਉੱਤੇ ਇਹ ਆਪਣਾ ਜਿਹੜਾ ਪੱਖ ਹੈ ਉਹਨਾਂ ਨੇ ਰੱਖਿਆ। ਸੋ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ 'ਚ ਹਰ ਕੋਈ ਆਪਣੀ ਆਵਾਜ਼ ਜ਼ਰੂਰ ਰੱਖ ਸਕਦਾ ਹੈ ਕਿਸੇ ਵੀ ਪ੍ਰਤੀਕਿਰਿਆ ਤੇ। ਔਰ ਜਿੱਥੋਂ ਤੱਕ ਸਰਕਾਰੀ ਪੱਖ ਦਾ ਸਵਾਲ ਹੈ, ਮੈਨੂੰ ਲੱਗਦਾ ਆਉਂਦੇ ਸਮੇਂ 'ਚ ਹੋਰ ਕਲੈਰਿਟੀ ਇਹਦੇ ਤੇ ਹੋਏਗੀ ਕਿ ਇਹਦੇ ਪਿੱਛੇ ਅਸਲ ਕਾਰਨ ਹੋਰ ਕਿਹੜੇ ਨੇ। ਕਿਸੇ ਪੱਤਰਕਾਰ ਦਾ ਇੰਜ ਰੋਕਿਆ ਜਾਣਾ, ਨਿਸ਼ਚਿਤ ਤੌਰ ਤੇ ਉਹਦੇ ਤੇ ਸਵਾਲ ਹੈ ਜਿਹੜੇ ਨੇ ਉਹ ਖੜੇ ਹੁੰਦੇ ਨੇ ਤੇ ਫਿਰ ਡਿਬੇਟ ਉਹਦੇ ਤੇ ਅੱਗੇ ਵਧਦੀ ਹੈ। ਮੈਨੂੰ ਲੱਗਦਾ ਇਹਦੇ ਤੇ ਵੀ ਗੱਲ ਅੱਗੇ ਵਧੂਗੀ ਕਿ ਕੀ ਕਾਰਨ ਨੇ ਅਸਲ ਦੇ ਵਿੱਚ। ਹੌਲੀ ਹੌਲੀ ਹੋ ਸਕਦਾ ਕਾਰਨ ਕਸ਼ਮੀਰ ਦੇ ਵਿੱਚ ਕਾਰਨ ਖੁੱਲ ਕੇ ਬਾਹਰ ਆ ਰਹੇ ਹੋਣ, ਹੋ ਸਕਦਾ ਹੈ ਪੰਜਾਬ 'ਚ ਹਜੇ ਅਸੀਂ ਨਹੀਂ ਉਨੀ ਗਹਿਰਾਈ ਦੇ ਨਾਲ ਉਹਨਾਂ ਕਾਰਨਾਂ ਨੂੰ ਸਮਝ ਪਾ ਰਹੇ ਕਿ ਕਿਉਂ ਭਾਰਤ ਸਰਕਾਰ ਨੇ ਇਹ ਫੈਸਲਾ ਲਿਆ। ਸੋ ਆਉਂਦੇ ਦਿਨਾਂ 'ਚ ਇਹ ਕਲੈਰਿਟੀ ਹੋਏਗੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਕਿ ਆਉਂਦੇ ਦਿਨਾਂ ਵਿੱਚ ਜ਼ਰੂਰ ਇਸ ਮਾਮਲੇ ਨੂੰ ਲੈ ਕੇ ਵੀ ਪਿਕਚਰ ਕਲੀਅਰ ਜ਼ਰੂਰ ਹੋਏਗੀ। ਤੇ ਅੱਗੋਂ ਗੱਲ ਕਰੀਏ ਪੰਜਾਬ ਦੀ ਸਿਆਸਤ ਨਾਲ, ਤਾਂ ਪੰਜਾਬ ਵਿੱਚ
ਕਈ ਮੰਤਰੀ ਬਦਲੇ ਗਏ ਨੇ, ਕਿਸ ਨੂੰ ਕਿਹੜਾ ਮਹਿਕਮਾ ਮਿਲਿਆ ਡੱਲਾ ਜੀ, ਇਸ ਬਾਰੇ ਤੁਹਾਡੇ ਤੋਂ ਜਾਣਕਾਰੀ ਜ਼ਰੂਰ ਲੈਣਾ ਚਾਹਾਂਗੇ। ਤੇ ਨਾਲ ਦੇ ਨਾਲ ਇੱਕ ਸਵਾਲ ਕਿ ਮੀਤ ਹੇਅਰ ਦਾ ਮਹਿਕਮਾ ਆਖਿਰ ਕਿਉਂ ਬਦਲ ਦਿੱਤਾ ਗਿਆ, ਕਿ ਉਹਨਾਂ ਦੀ ਕਾਰਗੁਜ਼ਾਰੀ ਵਿੱਚ ਕਿਤੇ ਕਮੀ ਸੀ ਜੋ ਅਜਿਹਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ? ਦੇਖੋ, ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਮੀਤ ਹੇਅਰ, ਕਿਉਂਕਿ ਜਦੋਂ ਵਿਧਾਨ ਸਭਾ ਸੈਸ਼ਨ 'ਚ ਮੀਤ ਹੇਅਰ ਬੋਲੇ, ਇੱਕ ਅੱਧੀ ਵਾਰੀ ਤਾਂ ਪ੍ਰਗਟ ਸਿੰਘ ਦੇ ਸਵਾਲ ਤੇ ਵੀ ਉਹਨਾਂ ਨੇ ਬੜਾ ਤਿੱਖਾ ਪ੍ਰਤੀਕਰਮ ਦਿੱਤਾ ਸੀ। ਮੀਤ ਹੇਅਰ ਉਹਨਾਂ ਨੇ ਨੌਜਵਾਨ ਵਿਧਾਇਕ ਨੇ, ਦੂਜੀ ਵਾਰ ਵਿਧਾਇਕ ਬਣੇ, ਇੰਜੀਨੀਅਰ ਨੇ, ਉਹ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਆ ਉਹਨਾਂ ਨੇ, ਤੇ ਉਹ ਸਿੱਖਿਆ ਮੰਤਰੀ ਸੀਗੇ। ਐਕਟਿਵ ਤਾਂ ਬੜੇ ਮੈਨੂੰ ਲੱਗ ਰਹੇ ਸੀ ਹਰਜੋਤ ਜੀ। ਮੇਰੀ ਨਜ਼ਰ 'ਚ ਤਾਂ ਮੈਨੂੰ ਉਹਨਾਂ ਦੇ ਕੰਮ 'ਚ ਕੋਈ ਐਡੀ ਖਾਸ ਕਮੀ ਨਜ਼ਰ ਨਹੀਂ ਆਈ, ਪਰ ਇਹ ਸਰਕਾਰ ਦਾ ਫੈਸਲਾ ਹੈ। ਉਹਨਾਂ ਨੂੰ ਹੁਣ ਉਚੇਰੀ ਸਿੱਖਿਆ ਦੇਤੀ, ਸਾਇੰਸ ਟੈਕਨੋਲੋਜੀ এনवायरमेंट ਦਾ ਮਹਿਕਮਾ ਦੇਤਾ, ਪ੍ਰਿੰਟਿੰਗ ਐਂਡ ਸਟੇਸ਼ਨਰੀ ਦਾ ਦੇ ਦਿੱਤਾ, ਇਹ ਵੀ ਬੜਾ ਅਹਿਮ ਮਹਿਕਮਾ ਹੈ। ਫਿਰ ਸਪੋਰਟਸ ਐਂਡ ਯੂਥ ਸਰਵਿਸਿਜ਼ ਦੇਤਾ, ਤੇ ਉੱਚ ਸਿੱਖਿਆ ਮਹਿਕਮੇ ਉਹਨਾਂ ਕੋਲ ਹੁਣ ਵੀ ਚੰਗੇ ਨੇ, ਪਰ ਐਜੂਕੇਸ਼ਨ ਦਾ ਮਹਿਕਮਾ ਉਹਨਾਂ ਤੋਂ ਲੈ ਕੇ ਹਰਜੋਤ ਬੈਂਸ ਉਹਨਾਂ ਨੂੰ ਦੇ ਦਿੱਤਾ ਗਿਆ। ਹਰਜੋਤ ਬੈਂਸ ਉਹਨਾਂ ਕੋਲੇ ਪਹਿਲਾਂ ਮਾਈਨਿੰਗ ਦਾ ਮਹਿਕਮਾ ਵੀ ਹੈ, ਔਰ ਉਹਨਾਂ ਕੋਲੇ ਜੇਲ੍ਹਾਂ ਦਾ ਮਹਿਕਮਾ ਵੀ ਹੈ। ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਤੋਂ ਬਾਅਦ ਇਸ ਸਰਕਾਰ ਦੇ ਵਿੱਚ ਅਗਰ ਕੋਈ ਮੰਤਰੀ ਸਭ ਤੋਂ ਅਹਿਮ ਮਹਿਕਮਿਆਂ ਦੀ ਜ਼ਿੰਮੇਵਾਰੀ ਦੇਖ ਰਹੇ ਨੇ ਭਗਵੰਤ ਮਾਨ ਤੋਂ ਬਾਅਦ, ਤਾਂ ਉਹ ਹਰਜੋਤ ਬੈਂਸ ਹੈ। ਸੋ ਸਿੱਖਿਆ ਮਹਿਕਮਾ ਵੀ ਹਰਜੋਤ ਬੈਂਸ ਨੂੰ ਮਿਲਣਾ ਕਿਤੇ ਨਾ ਕਿਤੇ ਸਰਕਾਰ 'ਚ ਹਰਜੋਤ ਬੈਂਸ ਉਹਨਾਂ ਦਾ ਜਿਹੜਾ ਕੱਦ ਹੈ ਉਹਦੇ ਵਾਧੇ ਦੇ ਪ੍ਰਤੀ ਸੂਚਿਤ ਕਰਦਾ ਸਾਨੂੰ ਕਿ ਸੱਚਮੁੱਚ ਅਰਵਿੰਦ ਕੇਜਰੀਵਾਲ ਦੇ ਬਹੁਤ ਨੇੜੇ ਮੰਨੇ ਜਾਂਦੇ ਨੇ ਹਰਜੋਤ ਬੈਂਸ, ਭਗਵੰਤ ਮਾਨ ਦੇ ਵੀ ਨੇੜੇ ਮੰਨੇ ਜਾਂਦੇ ਨੇ, ਤੇ ਮੈਂ ਇਹ ਮੰਨ ਕੇ ਚੱਲਦਾ ਕਿ ਕਾਫੀ ਵੱਡਾ ਕੱਦ ਉਹਨਾਂ ਦਾ ਸਰਕਾਰ 'ਚ ਇਹਦੇ ਨਾਲ ਬਣਿਆ। ਜਿਹੜਾ ਸਿੱਖਿਆ ਦਾ ਮਹਿਕਮਾ ਵੀ ਹਰਜੋਤ ਬੈਂਸ ਨੂੰ ਦਿੱਤਾ ਗਿਆ। ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਮਾਡਲ ਲਿਆਂਦਾ ਬਜਟ ਦੇ ਵਿੱਚ, ਮੈਂ ਉਹਦੇ ਤੋਂ ਬਹੁਤਾ ਜ਼ਿਆਦਾ ਸੰਤੁਸ਼ਟ ਨਹੀਂ ਹਾਂ। ਇਹਨਾਂ ਨੇ 77 ਕਰੋੜ ਰੁਪਏ, ਮਾਫ ਕਰਨਾ ਮੈਂ ਰਾਸ਼ੀ, 77 ਕਰੋੜ ਰੁਪਏ ਤਾਂ ਮੁਹੱਲਾ ਕਲੀਨਿਕਾਂ ਲਈ ਰੱਖੇ ਨੇ। 100 ਸਕੂਲਾਂ ਨੂੰ ਇਹਨਾਂ ਨੇ ਇੱਕ ਤਰੀਕੇ ਨਾਲ ਮਾਡਰਨ, ਆਧੁਨਿਕ ਜਾਂ ਕੁਝ ਵੀ ਕਹਿ ਲਈਏ ਮਾਡਲ ਬਣਾ ਲੈਣਾ ਇਹਨਾਂ ਨੇ ਆਪਣੇ ਦਿੱਲੀ ਮਾਡਲ ਦੀ ਤਰਜ਼ ਤੇ, ਜਦਕਿ ਪੰਜਾਬ 'ਚ 18-19 ਹਜ਼ਾਰ ਸਕੂਲ ਹੈ। ਔਰ ਇਸ ਗੱਲ ਦਾ ਹਰਜੋਤ ਜੀ ਸਾਡੇ ਬਹੁਤ ਸਾਰੇ ਜਿਹੜੇ ਸੰਗਠਨ ਨੇ ਉਹਨਾਂ ਨੇ ਵਿਰੋਧ ਵੀ ਕੀਤਾ। ਮੈਂ ਅੱਜ ਪੜ੍ਹ ਰਿਹਾ ਸੀ ਅਖਬਾਰਾਂ 'ਚ ਖਬਰਾਂ, ਪੰਜਾਬ 'ਚ ਕਈ ਥਾਈਂ ਜਿਹੜੇ ਸਾਡੇ ਅਧਿਆਪਕ ਜਥੇਬੰਦੀਆਂ ਨੇ ਉਹਨਾਂ ਨੇ ਬਜਟ ਦੀਆਂ ਕਾਪੀਆਂ ਸਾੜੀਆਂ ਨੇ। ਇਹ ਬੜਾ ਕਦੇ-ਕਦੇ ਹੁੰਦਾ ਕਿ ਅਧਿਆਪਕ ਵਰਗ, ਮੁਲਾਜ਼ਮ ਵਰਗ ਬਜਟ ਦੀਆਂ ਕਾਪੀਆਂ ਸਾੜੇ, ਕਿਉਂਕਿ ਉਹ ਕਹਿੰਦੇ ਵੀ ਜੇ ਤੁਸੀਂ ਵਿਕਸਿਤ ਕਰਨਾ ਹੈ ਤੇ ਇੱਕ ਆਰਗੇਨਾਈਜ਼ਡ ਡਿਵੈਲਪਮੈਂਟ ਸਕੂਲਾਂ ਨੂੰ ਦਿੱਤੀ ਜਾਵੇ, ਇੱਕ ਸੰਗਠਿਤ ਵਿਕਾਸ ਸਕੂਲਾਂ ਨੂੰ ਦਿੱਤਾ ਜਾਵੇ। ਇਹ ਨਹੀਂ ਵੀ ਤੁਸੀਂ 100 ਸਕੂਲ ਚੁਣ ਲਓ, 100 ਸਕੂਲਾਂ ਨੂੰ ਬਹੁਤ ਸੋਹਣਾ ਬਣਾ ਦਿਓ ਤੇ ਉਹੀ ਸਕੂਲ ਅੱਗੇ ਦਿਖਾਏ ਜਾਣ ਤੇ ਫਿਰ ਸਿਆਸਤ ਅੱਗੇ ਵੱਧਦੀ ਰਹੇ। ਉਹ ਕਹਿੰਦੇ ਸਾਰੇ ਸਕੂਲਾਂ ਦਾ ਸਮੁੱਚਾ ਵਿਕਾਸ ਹੈ ਜਿਹੜਾ ਹੋਣਾ ਚਾਹੀਦਾ। ਵੈਸੇ ਗੱਲ ਵੀ ਠੀਕ ਹੈ, ਜਿਹੜੇ ਮੁਹੱਲਾ ਕਲੀਨਿਕ ਬਣਾਉਣ ਦਾ ਐਲਾਨ ਹੋਇਆ ਹਰਜੋਤ ਜੀ, ਉਹ ਵੀ ਮੈਨੂੰ ਲੱਗਦਾ ਹਰ ਹਲਕੇ 'ਚ 117 ਮੁਹੱਲਾ ਕਲੀਨਿਕ ਬਣਾਉਣੇ ਨੇ। ਤੁਸੀਂ ਦੇਖੋ ਮੁਹੱਲਾ ਕਲੀਨਿਕਾਂ ਦੇ ਪੋਸਟਰ ਲੱਗ ਗਏ ਪੰਜਾਬ 'ਚ, ਵੱਖ-ਵੱਖ ਸੜਕਾਂ ਦੇ ਜਿਹੜੇ ਹੋਰਡਿੰਗਸ ਲੱਗੇ ਨੇ। ਜਿਹੜੇ ਰਾਹ ਤੇ ਕੈਪਟਨ ਅਮਰਿੰਦਰ ਤੁਰੇ, ਉਸ ਤੋਂ ਪਹਿਲਾਂ ਜਿਹੜੇ ਰਾਹ ਤੇ ਸੁਖਬੀਰ ਬਾਦਲ ਤੁਰੇ, ਪ੍ਰਕਾਸ਼ ਸਿੰਘ ਬਾਦਲ ਤੁਰੇ, ਜਿਹੜੇ ਰਾਹ ਤੇ ਚਰਨਜੀਤ ਚੰਨੀ ਤੁਰੇ, ਵੀ ਕੰਮ ਹਜੇ ਮੁੱਕਿਆ ਨਹੀਂ। ਇਸ਼ਤਿਹਾਰ ਪਹਿਲਾਂ, ਮੁਹੱਲਾ ਕਲੀਨਿਕ ਹਜੇ ਬਣੇ ਨਹੀਂ, ਇਹਦਾ ਵੀ ਇਸ਼ਤਿਹਾਰ ਲੱਗ ਗਿਆ ਜੀ ਵੀ ਬਜਟ 'ਚ 117 ਮੁਹੱਲਾ ਕਲੀਨਿਕ। ਜਦੋਂ ਚੀਜ਼ ਬਣੀ ਨਹੀਂ ਕੋਈ, ਜਦ ਤੱਕ ਆਟਾ ਗੁੰਨਿਆ ਨਹੀਂ ਜਾਂਦਾ ਉਨੀ ਦੇਰ ਰੋਟੀ ਬਣਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸੋ ਹਜੇ ਤਾਂ ਆਟਾ ਵੀ ਨਹੀਂ ਗੁੰਨਿਆ ਗਿਆ ਤੇ ਇਸ਼ਤਿਹਾਰ ਪਹਿਲਾਂ ਹੀ ਲੱਗ ਗਏ 117 ਮੁਹੱਲਾ ਕਲੀਨਿਕਾਂ ਦੇ। ਮਤਲਬ ਬੜੀ ਹੈਰਾਨੀ ਵਾਲੀ ਗੱਲ ਹੈ। ਭਗਵੰਤ ਮਾਨ ਜੀ ਬੜੇ ਸੰਜੀਦਾ, ਇਮਾਨਦਾਰ ਮੁੱਖ ਮੰਤਰੀ ਨੇ। ਇਸ਼ਤਿਹਾਰਾਂ ਦੀ ਲੋੜ ਨਹੀਂ ਮੇਰੀ ਨਜ਼ਰ 'ਚ ਭਗਵੰਤ ਮਾਨ ਉਹਨਾਂ ਨੂੰ। ਭਗਵੰਤ ਮਾਨ ਅਗਰ ਆਪਣੇ ਆ ਇਸ਼ਤਿਹਾਰ ਬੰਦ ਕਰ ਦੇਣ ਤੇ ਉਹਨਾਂ ਦੀ ਪ੍ਰਸਿੱਧੀ ਹੋਰ ਵੱਧ ਸਕਦੀ ਹੈ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਸੋ ਇਸ਼ਤਿਹਾਰਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਲਗਾਤਾਰ ਸਵਾਲ ਜ਼ਰੂਰ ਬਣ ਰਹੇ, ਚਾਹੇ ਅਸੀਂ ਵਿਰੋਧੀ ਪਾਰਟੀਆਂ ਦੀ ਗੱਲ ਕਰੀਏ, ਚਾਹੇ ਪੰਜਾਬ ਦੀ ਆਮ ਜਨਤਾ ਦੀ ਹੀ ਗੱਲ ਕਰ ਲਈਏ, ਹਰ ਕੋਈ ਇਸ਼ਤਿਹਾਰਾਂ ਉੱਪਰ ਸਵਾਲ ਕਰ ਰਿਹਾ। ਜੀ ਮੈਂ ਮਹਿਕਮੇ ਦੱਸਣੇ ਭੁੱਲ ਗਿਆ ਸੀ। ਦੇਖੋ ਜਿਹੜੇ ਨਵੇਂ ਨੇ, ਅਨਮੋਲ ਗਗਨ ਮਾਨ ਉਹਨਾਂ ਨੂੰ ਸੱਭਿਆਚਾਰ ਟੂਰਿਜ਼ਮ ਦਾ ਮਹਿਕਮਾ ਦਿੱਤਾ ਹੈ। ਅਮਨ ਅਰੋੜਾ ਨੂੰ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦਾ ਮੰਤਰੀ ਬਣਾਇਆ ਗਿਆ ਤੇ ਸ਼ਹਿਰੀ ਵਿਕਾਸ ਵੀ ਉਹਨਾਂ ਕੋਲੇ ਹੈ। ਪਬਲਿਕ ਰਿਲੇਸ਼ਨ ਦਾ ਮਹਿਕਮਾ ਜਿਹਦੇ ਵਿੱਚ ਸਾਰੇ DPRO ਵਗੈਰਾ ਆਉਂਦੇ ਨੇ, ਸੋ ਪੱਤਰਕਾਰਾਂ ਦਾ ਮਹਿਕਮਾ ਵੀ ਕਹਿ ਦਿੰਦੇ ਨੇ। ਸੋ ਮੈਨੂੰ ਲੱਗਦਾ ਉਹ ਇਸ਼ਤਿਹਾਰਾਂ ਦੇ ਉੱਤੇ ਜ਼ਰੂਰ ਕੰਟਰੋਲ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਅਮਨ ਅਰੋੜਾ। ਚੇਤਨ ਸਿੰਘ ਜੌੜਾ ਮਾਜਰਾ ਨੂੰ ਸਿਹਤ ਮਹਿਕਮਾ ਦਿੱਤਾ ਗਿਆ ਔਰ ਇੰਦਰਬੀਰ ਨਿੱਜਰ ਉਹਨਾਂ ਨੂੰ ਸਥਾਨਕ ਸਰਕਾਰਾਂ ਮਹਿਕਮਾ ਦਿੱਤਾ ਗਿਆ। ਔਰ ਜਿਹੜਾ
ਸਥਾਨਕ ਸਰਕਾਰਾਂ ਲੋਕਲ ਬਾਡੀਜ਼ ਮਹਿਕਮਾ, ਇਹ ਪਹਿਲਾਂ ਨਵਜੋਤ ਸਿੰਘ ਸਿੱਧੂ ਕੋਲੇ ਸੀ, ਉਹ ਵੀ ਅੰਮ੍ਰਿਤਸਰ ਦੇ ਨੇ। ਉਹਨਾਂ ਤੋਂ ਪਹਿਲਾਂ ਅਨਿਲ ਜੋਸ਼ੀ ਕੋਲੇ ਸੀ ਅਕਾਲੀ ਦਲ ਦੀ ਸਰਕਾਰ 'ਚ, ਉਹ ਵੀ ਅੰਮ੍ਰਿਤਸਰ ਦੇ ਨੇ। ਤੇ ਹੁਣ ਨਿੱਜਰ ਸਾਹਿਬ ਕੋਲੇ ਆ, ਉਹ ਵੀ ਅੰਮ੍ਰਿਤਸਰ ਦੇ ਨੇ। ਸੋ ਲੋਕਲ ਬਾਡੀਜ਼ ਮਹਿਕਮਾ ਜ਼ਿਆਦਾ ਸਮਾਂ ਅੰਮ੍ਰਿਤਸਰ 'ਚ ਰਿਹਾ ਪਿਛਲੇ 20-25 ਸਾਲਾਂ ਦੇ ਵਿੱਚ। ਔਰ ਹੁਣ ਇਹ ਪਟਿਆਲੇ ਗਿਆ ਸੀ ਬ੍ਰਹਮ ਮਹਿੰਦਰਾ ਜੀ ਕੋਲੋਂ, ਜਿੱਥੋਂ ਇਹ ਫੇਰ ਅੰਮ੍ਰਿਤਸਰ ਵਾਪਸ ਚਲਾ ਗਿਆ। ਇਹ ਹੁਣ ਭਗਵੰਤ ਮਾਨ ਉਹਨਾਂ ਕੋਲੇ ਸੰਗਰੂਰ ਸੀ। ਤੇ ਜੀ ਹਰਜੋਤ ਬੈਂਸ ਉਹਨਾਂ ਦੇ ਮਹਿਕਮੇ ਮੈਂ ਤੁਹਾਨੂੰ ਦੱਸਤੇ। ਔਰ ਫੌਜਾ ਸਿੰਘ ਨੇ ਜਿਹੜੇ ਉਹਨਾਂ ਨੂੰ ਬੜਾ ਅਹਿਮ ਮਹਿਕਮਾ ਦਿੱਤਾ ਗਿਆ ਫੂਡ ਪ੍ਰੋਸੈਸਿੰਗ ਦਾ। ਫੂਡ ਪ੍ਰੋਸੈਸਿੰਗ ਦਾ ਮਹਿਕਮਾ ਬੜਾ ਮਸ਼ਹੂਰ ਹੋਇਆ ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਸਰਕਾਰ 'ਚ ਫੂਡ ਪ੍ਰੋਸੈਸਿੰਗ ਮਿਨਿਸਟਰ ਬਣਾਇਆ ਗਿਆ ਸੀ। ਸੋ ਹੁਣ ਫੌਜਾ ਸਿੰਘ ਉਹਨਾਂ ਨੂੰ ਫੂਡ ਪ੍ਰੋਸੈਸਿੰਗ ਮੰਤਰੀ ਬਣਾਇਆ ਗਿਆ ਪੰਜਾਬ 'ਚ। ਔਰ ਬਹੁਤ ਸੰਭਾਵਨਾ ਹੈ, ਅੱਜ ਕੱਲ੍ਹ ਤਾਂ ਭਗਵੰਤ ਮਾਨ ਵੀ ਬੜੀ ਇੱਕ ਚੰਗੀ ਗੱਲ ਕਰ ਰਹੇ ਨੇ ਕਿ ਸਾਡੇ ਲੀਚੀ ਆ ਪਠਾਨਕੋਟ ਦੀ, ਸਾਡੇ ਕਿੰਨੂ ਨੇ ਅਬੋਹਰ ਦੇ, ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਫੂਡ ਪ੍ਰੋਸੈਸਿੰਗ ਹੋਵੇ ਔਰ ਦੁਨੀਆ ਦੇ ਵੱਡੇ ਵੱਡੇ ਸਟੋਰਾਂ 'ਚ ਸਾਡਾ ਫਲ ਜਾਵੇ। ਬੜੀ ਚੰਗੀ ਗੱਲ ਹੈ, ਇਹਦੇ ਤੇ ਬਹੁਤ ਕੰਮ ਕੀਤਾ ਜਾ ਸਕਦਾ। ਭਗਵੰਤ ਮਾਨ ਹੁਣ ਨਹੀਂ ਅਗਰ ਇਹਦੇ ਤੇ ਹੋਰ ਜ਼ੋਰ ਦਿੰਦੇ ਨੇ ਫੂਡ ਪ੍ਰੋਸੈਸਿੰਗ ਤੇ ਉਹਦਾ ਫਾਇਦਾ ਹੋਊਗਾ ਪੰਜਾਬ। ਜੀ ਬਿਲਕੁਲ। ਤੇ ਦੂਸਰੇ ਪਾਸੇ ਡੱਲਾ ਜੀ, ਜੋ ਭਗਵੰਤ ਮਾਨ ਨੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਰਿਪੋਰਟ ਸੌਂਪੀ ਸੀ, ਉਸ ਮਾਮਲੇ ਦੇ ਉੱਪਰ ਵੀ ਸਿਆਸਤ ਜੋ ਹੈ ਦਿਨ ਬ ਦਿਨ ਤੇਜ਼ ਹੀ ਹੁੰਦੀ ਜਾ ਰਹੀ ਹੈ। ਕਿਹੜੇ ਮੁੱਦਿਆਂ ਨੂੰ ਜੋ ਹੈ ਮੁੱਖ ਤੌਰ ਤੇ ਅੱਗੇ ਲਿਆਂਦਾ ਜਾ ਰਿਹਾ ਤੇ ਕਿਉਂ ਇੱਥੇ ਸਿਆਸਤ ਲਗਾਤਾਰ ਵੱਧ ਰਹੀ ਹੈ? ਦੇਖੋ, ਕਿਉਂਕਿ ਭਗਵੰਤ ਮਾਨ ਉਹਨਾਂ ਨੇ ਕੁਝ ਚੁਣਿੰਦਾ ਸਿੱਖ ਜਥੇਬੰਦੀਆਂ ਦੇ ਜਿਹੜੇ ਆਗੂ ਸੀ, ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਜਿਹੜੇ ਪੁਰਾਣੇ FIR ਨੇ 3 ਬੇਅਦਬੀ ਦੇ ਮਾਮਲਿਆਂ ਦੀ, ਉਹਨਾਂ ਦੇ ਚਲਾਨ ਪੇਸ਼ ਹੋਇਆ, ਉਹਨਾਂ ਦੀ ਰਿਪੋਰਟ ਸੌਂਪਤੀ। ਔਰ ਜਿਹੜੇ ਕ੍ਰਿਸ਼ਨ ਭਗਵਾਨ ਸਿੰਘ ਉਹਨਾਂ ਦੇ ਪੁੱਤਰ ਨੇ ਸੁਖਰਾਜ ਸਿੰਘ, ਉਹਨਾਂ ਨੇ ਵੀ ਕਿਹਾ ਕਿ ਅਗਰ ਸਾਨੂੰ 10 ਜੁਲਾਈ ਤੱਕ ਮੁਕੰਮਲ ਇਨਸਾਫ ਨਹੀਂ ਮਿਲਦਾ ਸਰਕਾਰ ਦੇ ਵਾਅਦੇ ਮੁਤਾਬਕ, ਅਸੀਂ ਸੰਤੁਸ਼ਟ ਨਹੀਂ ਹੁੰਦੇ ਸਰਕਾਰ ਦੀ ਇਹਨਾਂ ਕੇਸਾਂ 'ਚ ਪ੍ਰਗਤੀ ਤੋਂ, ਕਾਰਗੁਜ਼ਾਰੀ ਤੋਂ, ਤੇ ਅਸੀਂ ਇਨਸਾਫ ਦੇ ਲਈ ਦੁਬਾਰਾ ਇੱਕ ਵੱਡੀ ਮੁਹਿੰਮ ਛੇੜਾਂਗੇ। ਔਰ ਇਹ ਮਸਲਾ ਫਿਰ ਇੱਕ ਵਾਰੀ ਸਿਆਸਤ ਵਾਲੇ ਪਾਸੇ ਵੀ ਤੁਰ ਪਿਆ। ਤੁਸੀਂ ਜ਼ਿਕਰ ਕਰ ਰਹੇ ਸੀ ਕਿ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਵੀ ਬਿਆਨ ਦਿੱਤਾ ਹੈ। ਔਰ ਕੱਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਔਰ ਮਹੇਸ਼ਿੰਦਰ ਗਰੇਵਾਲ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਪੰਜਾਬ 'ਚ ਪਰਸੋਂ। ਉਹ ਕਹਿੰਦੇ ਅਸੀਂ ਮਾਨਹਾਨੀ ਦਾ ਕੇਸ ਕਰਾਂਗੇ। ਕਾਂਗਰਸ, ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਜਿਹੜੇ ਬੇਅਦਬੀ ਦੇ ਮਾਮਲੇ ਨੇ ਇਹਨਾਂ ਦੇ ਉੱਤੇ ਸਿਆਸਤ ਕੀਤੀ ਹੈ, ਅਕਾਲੀ ਦਲ ਦੇ ਲੀਡਰਾਂ ਦਾ ਨਾਮ ਲੈ ਕੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਉਹਨਾਂ ਨੇ ਇਹ ਬਿਆਨ ਦਿੱਤੇ ਨੇ। ਔਰ ਅੱਜ ਕੱਲ ਆਮ ਆਦਮੀ ਪਾਰਟੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹਰਜੋਤ ਜੀ। ਮਲਵਿੰਦਰ ਸਿੰਘ ਕੰਗ ਜਿਹੜੇ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਕਿ ਕਾਂਗਰਸ ਔਰ ਅਕਾਲੀ ਦਲ ਉਹਨਾਂ ਨੇ ਆਪਣੇ ਆਪਣੇ ਸਮੇਂ 'ਚ ਨਾ ਬੇਅਦਬੀ ਦੇ ਮਾਮਲੇ ਨੂੰ, ਨਾ ਬਹਿਬਲ ਕਲਾਂ ਔਰ ਜਿਹੜੇ ਕੋਟਕਪੂਰਾ ਦੇ ਗੋਲੀकांड ਦੇ ਮਾਮਲੇ ਨੇ, ਉਹਨਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਔਰ ਇਹਦੇ 'ਚ ਕੋਈ ਦੋ ਰਾਏ ਵੀ ਨਹੀਂ ਹੈ। ਨਵਜੋਤ ਸਿੰਘ ਸਿੱਧੂ ਵੀ ਇਹ ਮੰਗ ਲਗਾਤਾਰ ਕਰਦਾ ਰਿਹਾ, ਸੁਖਜਿੰਦਰ ਰੰਧਾਵਾ ਮੰਗ ਕਰਦੇ ਰਹੇ, ਕਈ ਹੋਰ ਲੀਡਰ ਨੇ ਵਿਰੋਧੀ ਧਿਰਾਂ ਦੇ, ਸੁਖਪਾਲ ਖਹਿਰਾ ਮੰਗ ਕਰਦੇ ਰਹੇ, ਸਿਮਰਜੀਤ ਬੈਂਸ ਨੇ ਮੰਗ ਕੀਤੀ। ਇਹਨਾਂ ਸਾਰਿਆਂ ਨੇ ਮੰਗ ਕੀਤੀ ਕਿ ਇਹ ਮਸਲੇ ਨਿਬੇੜੇ ਜਾਣ। ਔਰ ਕੁੰਵਰ ਵਿਜੇ ਪ੍ਰਤਾਪ ਨੇ ਬੜਾ ਸੰਘਰਸ਼ ਕੀਤਾ, ਜਿਹੜੇ ਹੁਣ ਆਮ ਆਦਮੀ ਪਾਰਟੀ ਦੇ MLA ਨੇ ਇਸ ਵੇਲੇ, ਉਸ ਵੇਲੇ ਅਫਸਰ ਸੀ। ਔਰ ਇਲਜ਼ਾਮ ਲੱਗੇ ਉਦੋਂ ਨਵਜੋਤ ਸਿੰਘ ਸਿੱਧੂ ਨੇ ਵੀ ਲਾਏ ਵੀ ਅਕਾਲੀ ਦਲ ਔਰ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਮਸਲਿਆਂ ਨੂੰ ਨਿਬੇੜਿਆ ਨਹੀਂ। ਦੇਖੋ, ਇੱਕ ਗੱਲ ਤਾਂ ਹੈ, ਅਕਾਲੀ ਦਲ ਦੇ ਰਾਜ 'ਚ ਬੇਅਦਬੀ ਦੇ ਮਾਮਲੇ ਸਾਹਮਣੇ ਆਏ, ਗੋਲੀकांड ਹੋਇਆ, ਕੋਟਕਪੂਰਾ, ਬਹਿਬਲ ਕਲਾਂ ਮਾਮਲਾ, ਤੇ ਅਕਾਲੀ ਦਲ ਇਹਨਾਂ ਮਸਲਿਆਂ ਨੂੰ ਨਿਬੇੜ ਨਹੀਂ ਸਕਿਆ। ਤੇ ਕੈਪਟਨ ਅਮਰਿੰਦਰ ਸਿੰਘ ਸਹੁੰ ਚੁੱਕ ਕੇ ਆਏ ਸੀ, ਉਹ ਵੀ ਇਹਨਾਂ ਮਸਲਿਆਂ ਨੂੰ ਨਿਬੇੜ ਨਹੀਂ ਸਕੇ। ਤੇ ਫਿਰ ਜਦੋਂ ਨਿਬੇੜ ਹੀ ਨਹੀਂ ਸਕੇ ਤੇ ਸਵਾਲ ਤਾਂ ਖੜਾ ਹੋਊਗਾ ਵੀ ਕਿਤੇ 75-25 ਤਾਂ ਨਹੀਂ ਸੀ ਵੀ ਅਸੀਂ ਜਿਹੜੀ ਇਹ ਜਾਂਚ ਹੈ ਇਹਨੂੰ ਮੁਕੰਮਲ ਨਾ ਕਰੀਏ, ਅਸੀਂ ਸਿੱਟ ਤੇ ਸਿੱਟ ਬਣਾਉਂਦੇ ਰਹੀਏ। ਕਿੰਨੀ ਵਾਰੀ ਸਿੱਟ ਬਣਾਈ, ਮਾਮਲਾ ਬੇਅਦਬੀ ਦਾ ਕਦੀ CBI ਕੋਲੇ ਗਿਆ, ਫਿਰ ਵਾਪਸ ਆਇਆ। ਹੁਣ ਪ੍ਰੈਸ ਕਾਨਫਰੰਸ ਕੀਤੀ ਆ ਮਲਵਿੰਦਰ ਕੰਗ ਉਹਨਾਂ ਨੇ, ਉਹ ਕਹਿੰਦੇ ਵੀ ਅਸੀਂ ਦ੍ਰਿੜ ਨਿਸ਼ਚਈ ਆ, ਸਾਡੇ ਐਡਵੋਕੇਟ ਜਨਰਲ, ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ। ਜਿਹੜੇ ਹੋਣ ਵਾਲੇ ਐਡਵੋਕੇਟ ਜਨਰਲ ਨੇ ਅਨਮੋਲ ਸਿੱਧੂ ਸਾਹਿਬ, ਹੋਣ ਵਾਲੇ ਐਡਵੋਕੇਟ ਜਨਰਲ ਬੜੇ ਗੰਭੀਰ ਵੀ ਦਿਖਦੇ ਨੇ, ਬੜੇ ਸਰਗਰਮ ਵੀ ਨੇ ਅਨਮੋਲ ਰਤਨ ਸਿੱਧੂ, ਔਰ ਐਕਟਿਵ ਨੇ, ਸਰਗਰਮ ਬਹੁਤ ਨੇ। ਉਹ ਨਿੱਜੀ ਤੌਰ ਤੇ ਵੀ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਉਹ ਸੈਸ਼ਨ ਕੋਰਟ, ਹਾਈ ਕੋਰਟ 'ਚ ਜਾਂਦੇ ਨੇ। ਪੁਰਾਣੇ ਐਡਵੋਕੇਟ ਜਨਰਲ ਇੰਨੇ ਜ਼ਿਆਦਾ ਸਰਗਰਮ ਨਹੀਂ ਸੀ। ਨਿੱਜੀ ਤੌਰ ਦੇ ਉੱਤੇ ਉਹਨਾਂ ਦੀ ਸਰਗਰਮੀ ਕੋਈ ਬਹੁਤ ਖੁੱਲ ਕੇ ਅਸੀਂ ਦੇਖੀ ਨਹੀਂ ਕੈਪਟਨ ਅਮਰਿੰਦਰ ਦੇ ਰਾਜ 'ਚ।
ਹੁਣ ਵਾਲੇ ਐਡਵੋਕੇਟ ਜਨਰਲ ਬਹੁਤ ਜ਼ਿਆਦਾ ਸਰਗਰਮ ਨੇ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦੇ ਨਾਲ ਗੰਭੀਰਤਾ ਨਜ਼ਰ ਆਉਂਦੀ ਹੈ ਸਰਕਾਰ ਦੀ, ਪਰ ਕੀ ਫਿਰ ਵੀ ਆਮ ਆਦਮੀ ਪਾਰਟੀ ਮੁਕਾਮ ਤੇ ਲੈ ਜੂਗੀ ਇਹ ਪੂਰੇ ਮਾਮਲੇ? ਇਹਨੂੰ ਲੈ ਕੇ ਮਲਵਿੰਦਰ ਸਿੰਘ ਕੰਗ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਆਸਤ ਨਹੀਂ ਕਰ ਰਹੀ, ਆਮ ਆਦਮੀ ਪਾਰਟੀ ਗੰਭੀਰ ਹੈ ਔਰ ਅਸੀਂ ਇਹ ਮਸਲੇ ਮੁਕਾਮ ਤੱਕ ਲੈ ਕੇ ਜਾਵਾਂਗੇ। ਬਾਕੀ ਤਾਂ ਹੁਣ ਇਹ ਅਦਾਲਤਾਂ ਦੇ ਰੁਖ ਤੋਂ ਪਤਾ ਲੱਗੂਗਾ। ਜਦੋਂ ਇਹ ਮਾਮਲੇ ਅਦਾਲਤਾਂ 'ਚ ਜਾਂਦੇ ਨੇ, ਆਉਂਦੇ ਦਿਨਾਂ 'ਚ ਫਿਰ ਇੱਕ ਵਾਰੀ ਸੁਣਵਾਈ ਹੈ, ਇਹ ਫਿਰ ਕਲੀਅਰ ਹੋਏਗਾ। ਜੀ ਬਿਲਕੁਲ। ਤੇ ਉਧਰ ਦੂਸਰੇ ਪਾਸੇ ਸੁਖਦੇਵ ਸਿੰਘ ਢੀਂਡਸਾ ਦਾ ਵੀ ਬਿਆਨ ਹੈ। ਉਹ ਕਹਿੰਦੇ ਨੇ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਸੁਖਬੀਰ ਬਾਦਲ ਤੇ ਉਹਨਾਂ ਦੀ ਜੁੰਡਲੀ ਜੋ ਹੈ ਪੂਰੀ ਤਰੀਕੇ ਨਾਲ ਜ਼ਿੰਮੇਵਾਰ ਹੈ। ਉਹਨਾਂ ਦਾ ਕਹਿਣਾ ਕਿ ਜੋ ਹੈ ਰਿਪੋਰਟ ਵਿੱਚ, ਜਾਂਚ ਵਿੱਚ ਬਿਲਕੁਲ ਕਿਤੇ ਨਾ ਕਿਤੇ ਕੋਈ ਕਮੀ ਹੈ। ਸਿੱਧੇ ਤੌਰ ਤੇ ਉਹਨਾਂ ਨੇ ਇਲਜ਼ਾਮ ਸੁਖਬੀਰ ਬਾਦਲ ਦੇ ਉੱਪਰ ਤੇ ਉਹਨਾਂ ਦੀ ਪਾਰਟੀ ਤੇ ਲਗਾਇਆ। ਦੇਖੋ, ਆਮ ਆਦਮੀ ਪਾਰਟੀ ਵਾਲੇ ਹੋ ਗਏ, ਕਾਂਗਰਸ ਵਾਲੇ ਹੋ ਗਏ, ਢੀਂਡਸਾ ਸਾਹਿਬ ਹੋ ਗਏ, ਇਹ ਲੋਕ ਤਾਂ ਇਹ ਇਲਜ਼ਾਮ ਲਾਉਂਦੇ ਨੇ, ਲੇਕਿਨ ਜਿਹੜੀਆਂ ਰਿਪੋਰਟ ਸੌਂਪੀ ਆ ਭਗਵੰਤ ਮਾਨ ਨੇ ਬੇਅਦਬੀ ਦੇ ਮਾਮਲਿਆਂ ਦੇ ਵਿੱਚ, ਉਹਨਾਂ ਦੇ ਵਿੱਚ ਕਿਤੇ ਵੀ ਅਕਾਲੀ ਦਲ ਦੇ ਇਹਨਾਂ ਲੀਡਰਾਂ ਦਾ ਨਾਮ ਨਹੀਂ ਹੈ। ਬਿਲਕੁਲ। ਬਲਕਿ ਭਾਵੇਂ ਸੁਖਪਾਲ ਖਹਿਰਾ ਹੋਣ ਜਾਂ ਅਕਾਲੀ ਹੋਣ ਜਾਂ ਕਾਂਗਰਸੀ ਹੋਣ, ਉਹ ਤਾਂ ਇਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਨੇ ਇੱਕ ਤਰੀਕੇ ਨਾਲ ਕਲੀਨ ਚਿੱਟ ਦੇਤੀ ਇਹਨਾਂ ਨੂੰ, ਜਦਕਿ ਅਕਾਲੀ ਦਲ ਦੇ ਲੀਡਰ ਕਹਿੰਦੇ ਨੇ ਅਸੀਂ ਪਹਿਲਾਂ ਵੀ ਆਪਣੇ ਆਪ ਨੂੰ ਨਿਰਦੋਸ਼ ਦੱਸ ਰਹੇ ਸੀ ਕਿਉਂਕਿ ਅਸੀਂ ਨਿਰਦੋਸ਼ ਸੀ, ਔਰ ਹੁਣ ਇਹ ਲਗਭਗ ਸਾਬਤ ਹੋ ਗਿਆ ਬੇਅਦਬੀ ਦੀ ਜਿਹੜੀ ਰਿਪੋਰਟ ਮਾਮਲਿਆਂ ਦੀ ਸੌਂਪੀ ਹੈ ਕਿ ਸਾਡਾ ਕਿਤੇ ਨਾਮ ਨਹੀਂ। ਔਰ ਇੱਕ ਗੱਲ ਵੀ ਠੀਕ ਹੈ ਹਰਜੋਤ ਜੀ, ਜਦੋਂ ਕਿਸੇ ਦਾ ਨਾਮ ਹੀ ਨਹੀਂ ਉਸ ਰਿਪੋਰਟ 'ਚ, ਤੇ ਫਿਰ ਉਹ ਵਿਅਕਤੀ ਤਾਂ ਕਹੇਗਾ ਕਿ ਤੁਸੀਂ ਦੱਸੋ ਮੇਰਾ ਨਾਮ ਕਿੱਥੇ ਹੈ। ਪਰ ਸੁਖਦੇਵ ਢੀਂਡਸਾ ਹੋਣੀ, ਇਹ ਲੋਕ ਆਪਣੀ ਗੱਲ ਤੇ ਅੜੇ ਨੇ, ਇਸੇ ਕਰਕੇ ਇਹ ਮੁੱਦਾ ਸਿਆਸੀ ਬਣ ਗਿਆ, ਇਸੇ ਕਰਕੇ ਸਿਆਸਤ ਹੈ। ਪਰ ਇੱਕ ਗੱਲ ਬੜੀ ਸਾਫ਼ ਹੈ ਕਿ ਬਹੁਤ ਲੰਮਾ ਸਮਾਂ ਸੁਮੇਧ ਸਿੰਘ ਸੈਣੀ ਤੋਂ ਪੁੱਛਗਿੱਛ ਨਹੀਂ ਹੋਈ, ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਨਹੀਂ ਹੋਈ। ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਜਦੋਂ ਇਹ ਮਾਮਲੇ ਹੋਏ ਬੇਅਦਬੀ ਦੇ, ਸੁਮੇਧ ਸੈਣੀ ਡੀਜੀਪੀ ਸੀ। ਕੀ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮੌਜੂਦਗੀ 'ਚ ਜਿਹੜੀ ਹੁਣ ਸਿੱਟ ਬਣੀ ਹੈ, ਕਿ ਆਉਂਦੇ ਦਿਨਾਂ ਦੇ ਵਿੱਚ ਸਿੱਟ ਇਸ ਮਾਮਲੇ ਤੇ ਕੋਈ ਕਲੈਰਿਟੀ ਦੇਗੀ ਕਿ ਜਿਹੜੇ ਗੋਲੀकांड ਦੇ ਮਾਮਲੇ ਸੀ ਉਹਦੇ ਵਿੱਚ ਫਿਰ ਹੁਕਮ ਕਿਹਨੇ ਸੁਣਾਇਆ, ਕਿਹਦੇ ਕਹਿਣ ਦੇ ਉੱਤੇ ਲਾਠੀ ਚਾਰਜ ਹੋਇਆ, ਗੋਲੀ ਚਲਾਉਣ ਦੇ ਹੁਕਮ ਹੋਏ। ਆਉਂਦੇ ਦਿਨਾਂ 'ਚ ਕੀ ਆਮ ਆਦਮੀ ਪਾਰਟੀ ਇਹਦੇ ਤੇ ਕੋਈ ਕਲੈਰਿਟੀ ਦੇਗੀ? ਅਗਰ ਆਮ ਆਦਮੀ ਪਾਰਟੀ ਕੋਈ ਕਲੈਰਿਟੀ ਜਾਂ ਕੋਈ ਰਿਪੋਰਟ ਦੇਗੀ, ਫਿਰ ਇਹ ਗੱਲ ਸਿਆਸੀ ਤੌਰ ਤੇ ਹੋਰ ਕਲੀਅਰ ਹੋਏਗੀ, ਅੱਗੇ ਵਧੇਗੀ। ਪਰ ਇਸ ਵਕਤ ਅਕਾਲੀ ਦਲ ਬਿਲਕੁਲ ਕਹਿ ਰਿਹਾ ਕਿ ਜਿਹੜੇ ਲੋਕ ਸਾਡੇ ਤੇ ਇਲਜ਼ਾਮ ਲਾ ਰਹੇ ਨੇ ਅਸੀਂ ਉਹਨਾਂ ਤੇ ਮਾਨਹਾਨੀ ਕਰਾਂਗੇ, ਅਸੀਂ ਲੀਗਲ ਓਪੀਨੀਅਨ ਲੈ ਰਹੇ ਹਾਂ। ਤੇ ਸੁਖਦੇਵ ਸਿੰਘ ਢੀਂਡਸਾ ਹੋਣੀ, ਉਹਨਾਂ ਨੇ ਫੇਰ ਇਹ ਬਿਆਨ ਦਿੱਤਾ। ਸੋ ਇਹ ਮਾਮਲੇ ਤੇ ਹੁਣ ਸਿਆਸਤ ਵੀ ਨਾਲ ਸ਼ੁਰੂ ਹੋ ਗਈ। ਜੀ ਬਿल्कुल। ਤੇ ਡੱਲਾ ਜੀ, ਅੱਜ ਜੋ ਹੈ ਪੰਜਾਬ ਮੰਤਰੀ ਮੰਡਲ ਦੀ ਬੈਠਕ ਵੀ ਹੈ, ਕਾਫੀ ਅਹਿਮ ਮੰਨੀ ਜਾ ਰਹੀ ਹੈ ਅੱਜ ਦੀ ਇਹ ਬੈਠਕ। ਕੀ ਲੱਗਦਾ ਹੈ ਕਿ ਕੀ ਫੈਸਲੇ ਹੋ ਸਕਦੇ ਨੇ, ਕਿਹੜੇ ਮੁੱਦਿਆਂ ਤੇ ਚਰਚਾ ਹੋ ਸਕਦੀ ਹੈ ਇਸ ਮੰਤਰੀ ਮੰਡਲ ਦੀ ਬੈਠਕ ਵਿੱਚ? ਦੇਖੋ, ਜਦੋਂ ਦੇ ਸਾਡੇ ਨਵੇਂ ਮੰਤਰੀ ਬਣੇ ਨੇ, ਮੰਤਰੀ ਮੰਡਲ ਦਾ ਗਠਨ 3 ਮਹੀਨੇ ਪਹਿਲਾਂ ਹੋਇਆ, 10 ਮੰਤਰੀ ਬਣੇ, 1 ਮੰਤਰੀ ਜੇਲ੍ਹ ਚਲੇ ਗਏ, ਹੁਣ 5 ਮੰਤਰੀ ਨਵੇਂ ਆਏ। ਪਹਿਲੀ ਵਾਰੀ 15 ਦੇ 15 ਮੰਤਰੀ ਸਮੇਤ ਮੁੱਖ ਮੰਤਰੀ ਕੈਬਨਿਟ ਮੀਟਿੰਗ ਦੇ ਵਿੱਚ ਬੈਠਣਗੇ। ਔਰ ਕਿਉਂਕਿ ਕਈ ਮੰਤਰੀਆਂ ਨੂੰ ਨਵੇਂ ਮਹਿਕਮੇ ਮਿਲੇ ਨੇ, ਇਸ ਕਰਕੇ ਜਿਹੜੀ ਇਹ ਪਹਿਲੀ ਕੈਬਨਿਟ ਦੀ ਮੀਟਿੰਗ ਹੈ 15 ਮੰਤਰੀਆਂ ਦੀ, ਇਹ ਬਹੁਤ ਅਹਿਮ ਮੀਟਿੰਗ ਹੈ। ਔਰ ਸੰਗਰੂਰ ਜ਼ਿਮਨੀ ਚੋਣ ਦੀ ਹਾਰ ਤੋਂ ਬਾਅਦ, ਚੋਣਾਂ ਤੋਂ ਬਾਅਦ, ਕਿਉਂਕਿ ਚੋਣ ਜ਼ਾਬਤਾ ਲੱਗਿਆ ਹੋਇਆ ਸੀ ਸਾਡੇ 3 ਜ਼ਿਲ੍ਹਿਆਂ 'ਚ, ਮਲੇਰਕੋਟਲਾ ਜ਼ਿਲ੍ਹੇ 'ਚ, ਬਰਨਾਲਾ ਜ਼ਿਲ੍ਹੇ 'ਚ, ਸੰਗਰੂਰ ਜ਼ਿਲ੍ਹੇ 'ਚ ਚੋਣ ਜ਼ਾਬਤਾ ਸੀ। ਸਰਕਾਰ ਉੱਥੇ ਬਾਰੇ ਕੋਈ ਲੋਕ ਭਲਾਈ ਦੀਆਂ ਸਕੀਮਾਂ ਅਨਾਉਂਸ ਨਹੀਂ ਸੀ ਕਰ ਸਕਦੀ, ਭਗਵੰਤ ਮਾਨ ਸਾਹਿਬ ਕੋਈ ਖਾਸ ਐਲਾਨ ਨਹੀਂ ਸੀ ਕਰ ਸਕਦੇ। ਲੇਕਿਨ ਹੁਣ ਮੰਤਰੀ ਮੰਡਲ ਦੀ ਬੈਠਕ ਜਿਹੜੀ ਹੈ ਇਹ ਬਿਲਕੁਲ ਖੁੱਲੀ ਬੈਠਕ ਹੋਏਗੀ। ਇਹਦੇ ਵਿੱਚ ਕੋਈ ਨਾ ਕੋਈ ਨਵੇਂ ਫੈਸਲੇ ਸੰਗਰੂਰ ਬਾਰੇ, ਬਰਨਾਲਾ ਬਾਰੇ, ਮਲੇਰਕੋਟਲਾ ਬਾਰੇ ਵੀ ਆ ਸਕਦੇ ਨੇ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ। ਔਰ ਪੰਜਾਬ ਦੇ ਵਿੱਚ ਕਈ ਅਹਿਮ ਫੈਸਲੇ ਆਉਂਦੇ ਦਿਨਾਂ ਦੇ ਮੱਦੇਨਜ਼ਰ ਸਰਕਾਰ ਲੈ ਸਕਦੀ ਹੈ। ਉਹਨਾਂ ਦੇ ਵਿੱਚ ਭਾਵੇਂ ਤਾਂ ਨਵੇਂ ਸਕੂਲਾਂ ਦੇ ਨਿਰਮਾਣ ਵਾਲੀ ਗੱਲ ਹੈ, ਭਾਵੇਂ ਮੁਹੱਲਾ ਕਲੀਨਿਕਾਂ ਦੇ ਮਾਮਲੇ ਦੇ ਵਿੱਚ ਫੈਸਲੇ ਨੇ, ਕਿਉਂਕਿ ਬਜਟ ਹੋ ਗਿਆ, ਬਜਟ ਪਾਸ ਹੋ ਗਿਆ। ਬਜਟ ਪਾਸ ਹੋਣ ਤੋਂ ਬਾਅਦ ਬਹੁਤ ਸਾਰੀਆਂ ਨਵੀਆਂ ਚੁਣੌਤੀਆਂ ਸਰਕਾਰ ਅੱਗੇ ਨੇ। ਫਿਰ ਜਿਹੜੇ ਕੱਚੇ ਮੁਲਾਜ਼ਮ ਹੈ ਉਹ ਹਜੇ ਵੀ ਪੱਕੇ ਨਹੀਂ ਹੋਏ। ਵਿਧਾਨ ਸਭਾ ਸੈਸ਼ਨ ਦੇ ਵਿੱਚ ਕਾਨੂੰਨ ਦੀ ਗੱਲ ਸੀਗੀ, ਉਹ ਨਹੀਂ ਆਈ। ਕੀ ਕੱਚੇ ਮੁਲਾਜ਼ਮ ਪੱਕੇ ਕਰਨ ਬਾਰੇ ਮੰਤਰੀ ਮੰਡਲ ਦੇ ਵਿੱਚ ਨਵੇਂ ਸਿਰੇ ਤੋਂ ਕਿਸੇ ਆਰਡੀਨੈਂਸ ਤੇ ਵਿਚਾਰ ਹੋ ਸਕਦਾ ਹੈ, ਕਿਸੇ ਸੰਭਾਵਨਾ ਤੇ ਵਿਚਾਰ ਹੋ ਸਕਦਾ ਹੈ।
ਕਿ ਕੱਚੇ ਮੁਲਾਜ਼ਮ ਪੱਕੇ ਕਰਨ ਦੇ ਲਈ ਜਿਹੜਾ ਮੰਤਰੀ ਮੰਡਲ ਹੈ ਕੀ ਉਹ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਬੁਲਾਉਣ ਦੀ ਕੋਈ ਜਾਣਕਾਰੀ ਦੇ ਸਕਦਾ, ਸਾਨੂੰ ਕਿਸੇ ਫੈਸਲੇ ਬਾਰੇ ਵਿਚਾਰ ਹੋ ਸਕਦਾ। ਸੋ ਇਹ ਮੰਤਰੀ ਮੰਡਲ ਦੀ ਬੈਠਕ ਹੈ ਜਿਹੜੀ ਸੂਬੇ ਨੂੰ ਚਲਾਉਣ ਦੇ ਲਈ ਮੰਤਰੀ ਮੰਡਲ ਦੀ ਬੈਠਕ ਬਹੁਤ ਅਹਿਮ ਮੰਨੀ ਜਾਂਦੀ ਹੈ। ਸਰਕਾਰ ਨੇ ਕੋਈ ਫਾਇਦੇ ਦੇਣੇ ਹੈ, ਕੋਈ ਨਵੇਂ ਐਲਾਨ ਕਰਨੇ ਨੇ, ਉਹ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਹੋ ਸਕਦੇ ਨੇ। ਕੋਈ ਨਵੇਂ ਪ੍ਰਸਤਾਵ ਨੇ, ਕੋਈ ਨਵਾਂ ਆਰਡੀਨੈਂਸ ਹੈ, ਉਹਦੇ ਬਾਰੇ ਵੀ ਮੰਤਰੀ ਮੰਡਲ ਦੀ ਬੈਠਕ 'ਚ ਸਾਨੂੰ ਅਹਿਮ ਜਾਣਕਾਰੀ ਹੈ ਜਿਹੜੀ ਉਹ ਮਿਲ ਸਕਦੀ ਹੈ। ਜੀ 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 ਬਿਲਕੁਲ। ਤੇ ਡੱਲਾ ਜੀ ਹੁਣ ਨਵੇਂ ਨਿਯੁਕਤ ਹੋਏ ਡੀਜੀਪੀ ਗੌਰਵ ਯਾਦਵ ਦੀ ਵੀ ਗੱਲ ਕਰ ਲਈਏ। ਸੋ ਨਿਯੁਕਤੀ ਤੋਂ ਬਾਅਦ ਹੀ ਬੜੇ ਸਰਗਰਮ ਨਜ਼ਰ ਆਏ ਗੌਰਵ ਯਾਦਵ। ਸਿੱਧਾ ਜੋ ਹੈ ਇੱਕ ਥਾਣੇ ਵਿੱਚ ਉਹ ਚਲੇ ਗਏ ਤੇ ਉੱਥੇ ਪਹੁੰਚ ਕੇ ਕਿਉਂ ਖਾਸ ਤੌਰ ਤੇ ਥਾਣੇ ਵਿੱਚ ਇੱਕ ਪਹੁੰਚੇ, ਉਸ ਬਾਰੇ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ। ਤੇ ਨਾਲ ਦੀ ਨਾਲ ਗੌਰਵ ਯਾਦਵ ਨਵੇਂ ਡੀਜੀਪੀ ਨਿਯੁਕਤ ਕੀਤੇ ਗਏ ਨੇ, ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਗੌਰਵ ਯਾਦਵ ਕਾਰਜਕਾਰੀ ਡੀਜੀਪੀ ਬਣਾ ਦਿੱਤੇ ਗਏ ਨੇ ਕਿਉਂਕਿ ਵੀਕੇ ਭਾਵਰਾ ਸਾਹਿਬ ਛੁੱਟੀ ਤੇ ਚਲੇ ਗਏ ਨੇ। ਸੋ ਵੀਕੇ ਭਾਵਰਾ ਸਾਹਿਬ ਸੀਨੀਅਰ ਮੋਸਟ ਪੁਲਿਸ ਅਧਿਕਾਰੀ ਸੀ ਪੰਜਾਬ ਪੁਲਿਸ ਦੇ। ਸੋ ਇੰਡੀਅਨ ਪੁਲਿਸ ਸਰਵਿਸਿਜ਼ ਨੂੰ ਉਹ ਰਿਪਰੈਜ਼ੈਂਟ ਕਰਦੇ ਸੀ, ਆਈਪੀਐਸ ਅਫਸਰ ਸੀ। ਔਰ ਉਹਨਾਂ ਦਾ ਕਾਰਜਕਾਲ ਸਿਧਾਰਥ ਚਟੋਪਾਧਿਆਏ ਸਾਹਿਬ ਤੋਂ ਬਾਅਦ ਉਹਨਾਂ ਦੇ ਡੀਜੀਪੀ ਦੇ ਤੌਰ ਤੇ ਉਹਨਾਂ ਦੀ ਥਾਂ ਤੇ ਇਹਨਾਂ ਦੀ ਨਿਯੁਕਤੀ ਹੋਈ ਸੀ। ਔਰ ਯੂਪੀਐਸਸੀ ਵੱਲੋਂ ਜਿਹੜਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਹੈ, ਉਹਨਾਂ ਵੱਲੋਂ ਜਿਹੜਾ ਪੈਨਲ ਭੇਜਿਆ ਗਿਆ ਸੀ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਸੀ। ਔਰ ਇਹ ਸੀਨੀਅਰ ਮੋਸਟ ਸੀ ਵੀਕੇ ਭਾਵਰਾ, ਜਿਨ੍ਹਾਂ ਨੂੰ ਚਰਨਜੀਤ ਚੰਨੀ ਉਹਨਾਂ ਨੇ ਸਿਧਾਰਥ ਚਟੋਪਾਧਿਆਏ ਤੋਂ ਬਾਅਦ ਨਿਯੁਕਤ ਕੀਤਾ ਸੀ ਜੀ। ਔਰ ਇਹਨਾਂ ਦੀ ਨਿਯੁਕਤੀ ਤੋਂ ਬਾਅਦ ਭਗਵੰਤ ਮਾਨ ਦੀ ਜਦੋਂ ਸਰਕਾਰ ਆਈ, ਉਹਨਾਂ ਨੇ ਵੀ ਇਹਨਾਂ ਨੂੰ ਹੀ ਡੀਜੀਪੀ ਰਹਿਣ ਦਿੱਤਾ ਗਿਆ ਕਿਉਂਕਿ ਇਹ ਯੂਪੀਐਸਸੀ ਵੱਲੋਂ ਭੇਜੇ ਗਏ ਸੀ। ਕੁਝ ਸਮੇਂ ਪਹਿਲਾਂ ਤੱਕ, ਲਗਭਗ 10-12 ਸਾਲ ਪਹਿਲਾਂ ਤੱਕ ਮੁੱਖ ਮੰਤਰੀ ਦੀ ਨਿਯੁਕਤੀ ਲਈ ਯੂਪੀਐਸਸੀ ਦੇ ਪੈਨਲ ਨੂੰ ਨਾਮ ਨਹੀਂ ਸੀ ਭੇਜਣੇ ਪੈਂਦੇ। ਇਹ ਕੇਂਦਰ ਸਰਕਾਰ ਨੇ ਨਵੀਂ ਵਿਵਸਥਾ ਬਣਾਈ ਜਦੋਂ ਦੇ ਨਰਿੰਦਰ ਮੋਦੀ ਸਾਹਿਬ ਸੱਤਾ 'ਚ ਆਏ। ਪਹਿਲਾਂ ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਉਹ ਖੁਦ ਅਧਿਕਾਰਤ ਹੁੰਦਾ ਸੀ, ਉਹ ਆਪਣੀ ਮਰਜ਼ੀ ਨਾਲ ਕਿਸੇ ਨੂੰ ਵੀ ਡੀਜੀਪੀ ਲਾ ਲੈਂਦੇ ਸੀ। ਇਸੇ ਕਰਕੇ ਹੁਣ ਗੌਰਵ ਯਾਦਵ ਜੀ ਇਹ 1992 ਬੈਚ ਦੇ ਆਈਪੀਐਸ ਅਫਸਰ ਨੇ ਔਰ ਇਹਨਾਂ ਨੂੰ ਕਾਰਜਕਾਰੀ ਡੀਜੀਪੀ ਬਣਾਇਆ ਗਿਆ। ਰਹਿਣਗੇ ਇਹ ਐਗਜ਼ੀਕਿਊਟਿਵ ਡੀਜੀਪੀ, ਕਾਰਜਕਾਰੀ ਡੀਜੀਪੀ, ਲੇਕਿਨ ਤਾਕਤਾਂ ਇਹਨਾਂ ਕੋਲੇ ਡੀਜੀਪੀ ਦੀਆਂ ਲਗਭਗ ਸਾਰੀਆਂ ਰਹਿਣਗੀਆਂ। ਔਰ ਇਹਨਾਂ ਨੇ ਡੀਜੀਪੀ ਦਾ ਅਹੁਦਾ ਸੰਭਾਲਦੇ ਹੀ ਇੱਕ ਤਾਂ ਬਦਲੀਆਂ ਕੀਤੀਆਂ ਕਈ ਵੱਡੇ ਅਫਸਰਾਂ ਦੀਆਂ, ਜਿਹੜੇ ਇਹਨਾਂ ਤੋਂ ਵੀ ਸੀਨੀਅਰ ਸੀ, ਕਈ ਉਹਨਾਂ ਦੀਆਂ ਵੀ ਬਦਲੀਆਂ ਕੀਤੀਆਂ। ਹੁਣ ਇਹਨਾਂ ਨੇ ਆਈਪੀਐਸ ਪ੍ਰਬੋਧ ਕੁਮਾਰ ਸੀ, ਜਿਹੜੇ ਕਿ ਸਪੈਸ਼ਲ ਡੀਜੀਪੀ ਸੀ ਇੰਟੈਲੀਜੈਂਸ ਦੇ, ਬਹੁਤ ਵੱਡਾ ਮਹਿਕਮਾ, ਉਹਨਾਂ ਨੂੰ ਡੀਜੀਪੀ ਹਿਊਮਨ ਰਾਈਟਸ ਦੇ ਵਿੱਚ ਇਹਨਾਂ ਨੇ ਤਬਦੀਲ ਕਰਤਾ। ਔਰ ਆਈਪੀਐਸ ਸੰਜੀਵ ਕਾਲੜਾ ਨੂੰ ਡੀਜੀਪੀ ਹੋਮਗਾਰਡ ਲਗਾਇਆ ਗਿਆ। ਇਹ ਜਿਹੜੀਆਂ ਟ੍ਰਾਂਸਫਰਸ ਕੀਤੀਆਂ ਨੇ, ਇਹ ਕਾਫੀ ਅਹਿਮ ਮੰਨੀਆਂ ਜਾ ਰਹੀਆਂ ਨੇ ਅੱਜ ਦੇ ਸਮੇਂ ਨੂੰ ਦੇਖ ਕੇ ਵੀ, ਕਿਉਂਕਿ ਜਦੋਂ ਵੀ ਕੋਈ ਕਾਰਜਕਾਰੀ ਡੀਜੀਪੀ ਆਉਂਦਾ ਹੈ ਉਦੋਂ ਹਾਲਾਂਕਿ ਅਧਿਕਾਰ ਖੇਤਰ ਮੁੱਖ ਮੰਤਰੀ ਦਾ ਰਹਿੰਦਾ, ਮੁੱਖ ਮੰਤਰੀ ਦੇ ਹੁਕਮਾਂ ਤੇ ਹੀ ਸਾਰੀਆਂ ਤਬਦੀਲੀਆਂ, ਕਿਉਂਕਿ ਗ੍ਰਹਿ ਮੰਤਰੀ ਵੀ ਮੁੱਖ ਮੰਤਰੀ ਨੇ ਔਰ ਉਹਨਾਂ ਦੇ ਹੁਕਮਾਂ ਤੇ ਫਿਰ ਜਿਹੜੇ ਹੋਮ ਸੈਕਟਰੀ ਨੇ ਉਹ ਇਹ ਆਰਡਰ ਜਾਰੀ ਕਰਦੇ ਨੇ। ਫੈਸਲਾ ਮੁੱਖ ਮੰਤਰੀ ਦਾ ਹੀ ਹੁੰਦਾ, ਸਹਿਮਤੀ ਹੁੰਦੀ, ਸਲਾਹ ਮਸ਼ਵਰਾ ਡੀਜੀਪੀ ਦਾ ਵੀ ਨਾਲ ਹੁੰਦਾ। ਔਰ ਸ਼ਰਦ ਸਤਿਆ ਚੌਹਾਨ ਨੇ ਉਹਨਾਂ ਨੂੰ ਚੇਅਰਮੈਨ ਲਾਇਆ ਗਿਆ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ। ਔਰ ਆਈਪੀਐਸ ਐਸ ਸ਼੍ਰੀਵਾਸਤਵਾ ਨੇ ਉਹਨਾਂ ਨੂੰ ਏਡੀਜੀਪੀ ਸਿਕਿਉਰਿਟੀ ਲਾ ਦਿੱਤਾ ਗਿਆ। ਜਤਿੰਦਰ ਔਲਖ ਨੇ ਏਡੀਜੀਪੀ ਇੰਟੈਲੀਜੈਂਸ ਦਾ ਕੰਮ ਦੇਖਣਗੇ। ਔਰ ਆਈਪੀਐਸ ਨੇ ਸੰਜੀਵ ਕਾਲੜਾ, ਉਹਨਾਂ ਨੂੰ ਸਪੈਸ਼ਲ ਡੀਜੀਪੀ ਹੋਮ ਦਾ ਲਾਇਆ ਗਿਆ, ਉਹ ਵੀ ਬੜੇ ਸੀਨੀਅਰ ਅਧਿਕਾਰੀ ਨੇ। ਔਰ ਗੌਰਵ ਯਾਦਵ ਜੀ ਨੇ ਡੀਜੀਪੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਹਰਜੋਤ ਜੀ ਮੋਹਾਲੀ ਦੇ ਮਟੌਰ ਥਾਣੇ ਦਾ ਦੌਰਾ ਕੀਤਾ। ਅਚਾਨਕ ਹੀ ਉਹਨਾਂ ਨੇ ਉੱਥੇ ਚੈਕਿੰਗ ਕੀਤੀ ਜਾ ਕੇ, ਉਹਨਾਂ ਨੇ ਥਾਣੇ ਦਾ ਸਾਰਾ ਹਿੱਸਾ ਦੇਖਿਆ ਔਰ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਵੱਖ-ਵੱਖ ਥਾਣਿਆਂ 'ਚ ਜਾਊਂਗਾ। ਉਹਨਾਂ ਨੇ ਕੱਲ ਇੱਕ ਆਪਣਾ ਵੀਡੀਓ ਸੁਨੇਹਾ ਜਾਰੀ ਕੀਤਾ, ਜਿਵੇਂ ਭਗਵੰਤ ਮਾਨ ਵੀ ਆਪਣੀ ਵੀਡੀਓ ਸੁਨੇਹਾ ਜਾਰੀ ਕਰਦੇ ਨੇ। ਉਹ ਕਹਿੰਦੇ ਵੀ ਅਸੀਂ ਪੰਜਾਬ ਪੁਲਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਹੁਕਮਾਂ ਮੁਤਾਬਕ ਆਮ ਲੋਕਾਂ ਦੇ ਫਰੈਂਡਲੀ ਬਣਾਉਣਾ, ਪੁਲਿਸ ਔਰ ਆਮ ਲੋਕਾਂ ਦੇ ਵਿੱਚ ਨੇੜਤਾ ਲਿਆਉਣੀ, ਗੈਂਗਸਟਰਵਾਦ ਨੂੰ ਅਸੀਂ ਖਤਮ ਕਰਨ ਲਈ ਉਪਰਾਲੇ ਕਰਨੇ ਔਰ ਨਸ਼ੇ ਦੇ ਖਾਤਮੇ ਲਈ ਅਸੀਂ ਉਪਰਾਲੇ ਕਰਨੇ ਔਰ ਲੋਕਾਂ ਦਾ ਸਹਿਯੋਗ ਨਾਲ ਲੈਣਾ। ਸੋ ਨੌਜਵਾਨ 1992 ਬੈਚ ਦੇ ਆਈਪੀਐਸ ਅਫਸਰ ਨੇ ਗੌਰਵ ਯਾਦਵ ਜੀ। ਸੋ ਹੁਣ ਦੇਖਦੇ ਹਾਂ ਆਉਂਦੇ ਦਿਨਾਂ 'ਚ ਉਹਨਾਂ ਦੀਆਂ ਹੋਰ ਸਰਗਰਮੀਆਂ ਕੀ ਰਹਿੰਦੀਆਂ।
ਜੀ ਬਿਲਕੁਲ। ਸੋ ਡੱਲਾ ਜੀ ਚਾਹਾਂਗੀ ਕਿ ਜਾਂਦੇ ਜਾਂਦੇ ਉਹਨਾਂ ਸੰਗਤਾਂ ਲਈ ਜਾਣਕਾਰੀ ਸਾਂਝੀ ਕਰ ਦਈਏ ਜਿਹੜੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਲਈ ਪਾਕਿਸਤਾਨ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਚਾਹੁੰਦੇ ਨੇ। ਐਸਜੀਪੀਸੀ ਵੱਲੋਂ ਜਿਹੜੀ ਜਾਣਕਾਰੀ ਜਾਰੀ ਕੀਤੀ ਗਈ ਹੈ, ਜ਼ਰੂਰ ਚਾਹਾਂਗੇ ਕਿ ਸਾਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਜਾਵੇ। ਬਿਲਕੁਲ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਪਾਕਿਸਤਾਨ ਜਿਹੜੇ ਸ਼ਰਧਾਲੂ ਜਾਣਾ ਚਾਹੁੰਦੇ ਨੇ, ਉਹ ਆਪਣੇ ਪਾਸਪੋਰਟ 30 ਜੁਲਾਈ ਤੱਕ, ਇਸੇ ਸਾਲ 30 ਜੁਲਾਈ 2022 ਤੱਕ, ਭਾਵ ਅੱਜ 6 ਜੁਲਾਈ ਹੈ, ਇਸੇ 30 ਜੁਲਾਈ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ, ਜਿਹੜਾ ਮੁੱਖ ਦਫ਼ਤਰ ਹੈ, ਉੱਥੇ ਆਪਣੇ ਜਮ੍ਹਾਂ ਕਰਾ ਸਕਦੇ ਨੇ। ਔਰ ਆਪਣੇ ਆਧਾਰ ਕਾਰਡ ਦੀ ਕਾਪੀ, ਵੋਟਰ ਕਾਰਡ ਦੀ ਕਾਪੀ, ਰਾਸ਼ਨ ਕਾਰਡ ਦੀ ਫੋਟੋ ਕਾਪੀ ਜ਼ਰੂਰ ਲਾਉਣ। ਔਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਦੇ ਹਲਕੇ ਦੇ ਮੈਂਬਰ ਨੇ, ਉਹਨਾਂ ਦੀ ਰਿਕਮੈਂਡੇਸ਼ਨ, ਸਿਫਾਰਿਸ਼ ਜਿਹੜੀ ਹੈ ਉਹਦੇ ਤਹਿਤ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਵਿੱਚ ਉਹ ਭੇਜਣ, ਤਾਂ ਕਿ ਸਾਰਿਆਂ ਦੀ ਵੈਰੀਫਿਕੇਸ਼ਨ ਦਾ ਪ੍ਰੋਸੈਸ ਹੋ ਸਕੇ ਔਰ ਉਹਨਾਂ ਦੀ ਵੀਜ਼ਾ ਦੀ ਪ੍ਰਕਿਰਿਆ ਮੁਕੰਮਲ ਹੋ ਸਕੇ। ਬਾਕੀ ਵੇਖਾਂਗੇ ਕਿ ਕਿੰਨੇ ਲੋਕਾਂ ਦੇ ਜਿਹੜੇ ਨੇ ਉਹ ਵੀਜ਼ੇ ਇਸ ਵਾਰ ਲੱਗਦੇ ਨੇ। ਹਜ਼ਾਰਾਂ ਸ਼ਰਧਾਲੂ ਨੇ ਜਿਹੜੇ ਜਾਣਾ ਚਾਹੁੰਦੇ ਨੇ, ਲੱਖਾਂ ਸ਼ਰਧਾਲੂ ਉੱਥੇ ਜਾਣਾ ਚਾਹੁੰਦੇ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਤੇ ਡੱਲਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹਨਾਂ ਸਾਰਿਆਂ ਖਬਰਾਂ ਦੇ ਉੱਪਰ ਤੁਸੀਂ ਚਰਚਾ ਕੀਤੀ, ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ, ਹਮੇਸ਼ਾ ਸਾਡੇ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣਾ ਪਿਆਰ ਦਿੰਦੇ ਨੇ, ਕਮੈਂਟ ਜ਼ਰੀਏ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰਦੇ ਨੇ। ਬਹੁਤ-ਬਹੁਤ ਧੰਨਵਾਦ ਡੱਲਾ ਜੀ। ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।